ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਦਲਿਤ ਮੁਸਲਿਮ ਈਸਾਈ ਸਾਂਝਾ ਫਰੰਟ ਵੱਲੋਂ ਬਿੱਲ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ 'ਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਪੂਰੇ ਭਾਰਤ 'ਚ ਪੰਜਾਬ ਦੇ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ। ਇਸ ਕਾਰਨ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਤੇ ਉਹਨਾਂ ਦੇ ਕਰਜ਼ੇ ਮੁਆਫ ਕਰਨ ਤਾਂ ਜੋ ਕਿਸਾਨ ਖੁਸ਼ਹਾਲ ਹੋਵੇ, ਪਰੰਤੂ ਸਰਕਾਰ ਵੱਲੋਂ ਕਾਲਾ ਕਾਨੂੰਨ ਲਿਆ ਕੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਸੁਧਾਰ ਬਿੱਲ ਲੋਕ ਸਭਾ 'ਚ ਪਾਸ ਕਰਨ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਅਤੇ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਪਰੰਤੂ ਕੇਂਦਰ ਸਰਕਾਰ ਨੇ ਅਜਿਹਾ ਨਾ ਕਰਕੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਕਤਲ ਕੀਤਾ ਹੈ। ਉਹਨਾਂ ਕਿਹਾ ਕਿ 25 ਸਤੰਬਰ ਨੂੰ ਜੋ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਫਰੰਟ ਵੱਲੋਂ ਉਸ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਰਨਲਿਸਟ ਵੀਰਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਸਾਡੇ ਛੋਟੇ ਨੋਟਿਸ ਤੇ ਅੱਜ ਇੱਕ ਜਿਹੜਾ ਕਰੰਟ ਸੈਂਸਿਟਿਵ ਇਸ਼ੂ ਆ ਦੇਸ਼ ਦੇ ਵਿੱਚ ਕਿ ਸਾਰਾ ਕੁਝ ਜਿਹੜਾ ਆ ਵੇਚਿਆ ਜਾ ਰਿਹਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ। ਸਿਰਫ ਇੱਕ ਦੇਸ਼ ਦਾ ਕਿਸਾਨ ਹੀ ਬਚਿਆ ਸੀਗਾ, ਉਹ ਵੀ ਜਿਹੜੇ 4 ਬਿੱਲ ਲਿਆ ਕੇ ਖੇਤੀ ਸੁਧਾਰਾਂ ਦੇ ਨਾਂ ਤੇ ਉਹਨਾਂ ਨੂੰ ਵੀ ਜਿਹੜਾ ਆ ਬਿੱਲ ਪਾਸ ਕਰਕੇ ਵੇਚ ਦਿੱਤਾ ਗਿਆ। ਸੋ ਉਹਦੇ ਲਈ ਪੂਰੇ ਦੇਸ਼ ਦੇ ਵਿੱਚ ਭਾਰੀ ਰੋਸ ਆ। ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਬੇਗਾਨੇ ਹੋ ਕੇ ਦਿਨ ਕੱਟਣੇ ਪੈਣਗੇ ਔਰ ਸਾਨੂੰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਇਨਸਾਫ ਲੈਣ ਦੇ ਲਈ। ਸੋ ਇਹ ਜਿਹੜਾ ਮਾਹੌਲ ਆ ਉਹਨੂੰ ਅਸੀਂ ਅਬਜ਼ਰਵ ਕਰਦੇ ਹੋਏ, ਮਹਿਸੂਸ ਕਰਦੇ ਹੋਏ ਇਹਨਾਂ ਪੀੜਾਂ ਨੂੰ ਤੇ ਅੱਜ ਇਸ ਜਗ੍ਹਾ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਵਿਖੇ ਅੱਜ ਸਿੱਖ ਦਲਿਤ ਮੁਸਲਿਮ ਤੇ ਈਸਾਈ ਸਾਂਝਾ ਫਰੰਟ ਨੇ ਦੇਸ਼ ਦੀ ਆਵਾਜ਼ ਬਣ ਕੇ ਅੱਜ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਔਰ ਕੇਂਦਰ ਸਰਕਾਰ ਨੂੰ ਸਵਾਲ ਵੀ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਹ ਸਮੱਸਿਆਵਾਂ ਜਿਹੜੀਆਂ ਆਉਣੀਆਂ ਜਿਹਦੇ ਨਾਲ ਦੇਸ਼ ਦੇ ਲੋਕ 90% ਲੋਕ ਪ੍ਰਭਾਵਿਤ ਹੋਣਗੇ, ਅਸੀਂ ਉਹ ਵੀ ਦੱਸਣਾ ਚਾਹੁੰਦੇ। ਸੋ ਅੱਜ ਸਾਡੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਖ ਦਲਿਤ ਮੁਸਲਿਮ ਈਸਾਈ ਸਾਂਝਾ ਫਰੰਟ ਦੇ ਨਾਲ ਸੰਬੰਧਿਤ ਸਾਰੇ ਸਤਿਕਾਰਯੋਗ ਲੀਡਰ ਇੱਥੇ ਪਹੁੰਚੇ ਨੇ। ਮੈਂ ਉਹਨਾਂ ਸਭਨਾਂ ਦਾ ਇੱਥੇ ਜੀ ਆਖਦਾ, ਵੈਲਕਮ ਕਰਦਾ ਔਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਇੱਕ ਨਾਂ ਦੇ ਨਾਲ ਇਹ ਸ਼ੁਰੂ ਕਰਨਾ ਚਾਹੁੰਦਾ ਕਿ ਅਸੀਂ ਪਹਿਲਾਂ ਪੰਜਾਬੀ ਹਾਂ, ਫਿਰ ਅਸੀਂ ਕਿਸਾਨ ਹਾਂ, ਫਿਰ ਅਸੀਂ ਮਜ਼ਦੂਰ ਹਾਂ। ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਉਹ ਸਾਡੇ ਲਈ ਸੈਕੰਡਰੀ ਆ। ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਪੰਜਾਬੀ ਬਣ ਕੇ, ਕਿਸਾਨ ਬਣ ਕੇ ਔਰ ਮਜ਼ਦੂਰ ਬਣ ਕੇ। ਔਰ ਮੈਂ ਗੱਲ ਦੱਸਣਾ ਚਾਹੁੰਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਆੜ ਹੇਠ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ ਤੋਂ ਬਾਅਦ ਦੇਸ਼ ਦੇ ਕਿਸਾਨਾਂ ਨੂੰ ਵੀ ਵੇਚਣ ਲਈ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਦਾ ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਦਲਿਤ ਮੁਸਲਿਮ ਈਸਾਈ ਸਾਂਝਾ ਫਰੰਟ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਔਰ ਇੱਥੇ ਇਕੱਠੇ ਹੋਏ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ 85% ਭਾਰਤ ਦੇ ਲੋਕ ਖੇਤੀ ਕਰਦੇ ਹਨ, ਇਸ ਕਰਕੇ ਦੇਸ਼ ਨੂੰ ਖੇਤੀ ਪ੍ਰਧਾਨ ਕਿਹਾ ਜਾਂਦਾ ਹੈ। ਹੁਣ ਜਦ ਕੋਵਿਡ-19 ਕਾਰਨ ਪੂਰੇ ਦੇਸ਼ ਦੀ GDP -24 ਹੈ, ਪਰ ਇਕੱਲੇ ਖੇਤੀ ਸੈਕਟਰ ਵਿੱਚ +4% ਦਾ ਯੋਗਦਾਨ ਦੇਸ਼ ਦੇ ਕਿਸਾਨਾਂ ਦਾ ਹੈ। ਲਾਕਡਾਊਨ ਦੌਰਾਨ ਫੈਕਟਰੀਆਂ, ਲਘੂ ਉਦਯੋਗ ਅਤੇ ਬਾਕੀ ਸਭ ਕੁਝ ਬੰਦ ਸੀ, ਇੱਥੋਂ ਤੱਕ ਕਿ ਲੋਕ ਵੀ ਬਿਮਾਰੀ ਦੇ ਡਰ ਕਾਰਨ ਘਰਾਂ ਵਿੱਚ ਬੰਦ ਸਨ। ਉੱਥੇ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਬਿਮਾਰੀ ਦੀ ਪਰਵਾਹ ਕੀਤੇ ਬਿਨਾਂ ਦੇਸ਼ ਵਾਸੀਆਂ ਨੂੰ ਅਨਾਜ ਅਤੇ ਸਬਜ਼ੀਆਂ ਪਹੁੰਚਾ ਰਿਹਾ ਸੀ। ਇਤਿਹਾਸ ਗਵਾਹ ਹੈ, ਜਦ 1965 ਵਿੱਚ ਕਾਲ ਦੀ ਸਥਿਤੀ ਨਾਲ ਜੂਝ ਰਹੇ ਦੇਸ਼ ਨੂੰ ਅਮਰੀਕਾ ਵਰਗੇ ਵੱਡੇ ਦੇਸ਼ਾਂ ਨੇ ਵੀ ਅਨਾਜ ਦੇਣ ਤੋਂ ਨਾ ਕਰ ਦਿੱਤੀ ਸੀ, ਤਾਂ ਉਸ ਵੇਲੇ ਪੰਜਾਬ ਦਾ ਹੀ ਕਿਸਾਨ ਸੀ ਜਿਸ ਨੇ ਦੇਸ਼ ਦੇ ਅਨਾਜ ਭੰਡਾਰ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਸੀ। ਅਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਹਰੀ ਕ੍ਰਾਂਤੀ ਦੇ ਨਾਂ ਹੇਠ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਕਿਸਾਨਾਂ ਨੂੰ ਇੱਕ ਸਨਮਾਨ ਦਿੱਤਾ ਸੀ। ਦੇਸ਼ ਦਾ ਢਿੱਡ ਭਰਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਪਰ ਬੜੇ ਅਫਸੋਸ ਦੀ ਗੱਲ ਹੈ
कि इस वेले पूरे भारत में पंजाब के किसानों की बहुत माड़ी हालत है। मोदी सरकार नूं चाहिदा सी कि खुदकुशियां कर रहे किसानों नूं राहत देने के लिए उन्होंने कर्जे माफ़ कर दे ताकि किसान खुशहाल हुंदा, पर काले कानून लिया के केंद्र सरकार ने उसके जख्मां ते लूण छिड़कण वाला काम किया है। उन्होंने कहा कि इन्हां काले कानूनां नाल कारपोरेट घराणिਆਂ ਨੂੰ फायदा होवेगा ਅਤੇ ਉਹ अपनी मनमर्जी करनगे। घट्टो घट्ट कीमत मैं दसना चाहुंदा कि मंडीकरण एक्ट दे विच जिहड़ा फार्मर एक्ट हैगा ਉਹਦੇ तहत लिखिया गया है कि MSP जिहड़ी जरूरी होएगी। MSP का मतलब मिनीमम सपोर्ट प्राइस, ये जिहड़ा सरकार का कंट्रोल है, ਇਹਦੇ ते सरकार कीमत तय करदी आ, चाहे वो कणक होवे, चाहे झोना होवे, चाहे मक्की होवे, चाहे दालां होण। उस कीमत तो घट कोई भी जिहड़ा भावें प्राइवेट प्लेयर भी आ जाए वो भी उतों खरीद नहीं सकता। पर मैं दसना चाहुंदा कि इस बिल के राही ये जिहड़ी मिनीमम सपोर्ट प्राइस आ वो भी खत्म कर दी गई आ और इन्हां वड्डियां जिहड़ियां कारपोरेट घराणे आ इन्हां नूं हुण ये अधिकार देता कि तुसीं अपनी मनमर्जी नाल खरीदो, किसान नूं मजबूर कर दो कि वो तुहानूं सस्ते भाव ते जिहड़ी आ ਉਹ ਜਿਹੜੀ ਚੀਜ਼ ਦੇਣ ਲੱਗ ਪਵੇ ਅਤੇ ਮੰਡੀਕਰਨ ਐਕਟ ਖਤਮ ਹੋ ਜਾਵੇਗਾ। ਕਿਸਾਨ ਦੀ ਮਜਬੂਰੀ ਕਾਰਨ ਉਹ ਫਸਲ ਘੱਟ ਕੀਮਤ ਤੇ ਖਰੀਦ ਕੇ ਸਟੋਰ ਕਰ ਲੈਣਗੇ ਅਤੇ ਮਾਰਕੀਟ ਵਿੱਚ ਮੰਗ ਦੇ ਵਧਣ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਇਕਨੋਮਿਕਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਆ, ਕਿਉਂਕਿ ਮੈਂ ਵੀ ਇਕਨੋਮਿਕਸ ਪੜ੍ਹੀ ਆ। ਇਕਨੋਮਿਕਸ ਦੇ ਵਿੱਚ ਇਹ ਆਉਂਦਾ ਕਿ ਜਦੋਂ ਡਿਮਾਂਡ ਵੱਧਦੀ ਆ ਉਹਦੇ ਬਰਾਬਰ ਸਪਲਾਈ ਵੀ ਉਨੀ ਹੀ ਵਧਣੀ ਚਾਹੀਦੀ ਆ। ਤਾਂ ਜੇ ਡਿਮਾਂਡ ਦੇ ਬਰਾਬਰ ਸਪਲਾਈ ਨਹੀਂ ਬਰਾਬਰ ਹੁੰਦੀ ਤੇ ਉੱਥੇ ਫਿਰ ਜਿਹੜੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਵੱਧ ਜਾਂਦੀਆਂ ਤੇ ਆਮ ਲੋਕ ਜਿਹੜੇ ਆ, ਮੱਧ ਵਰਗ ਜਿਹੜੇ ਲੋਕ ਆ, ਉਹਨਾਂ ਦੀ ਆਮਦਨ ਤੋਂ ਕਿਤੇ ਵੱਧ ਜਦੋਂ ਇਹ ਚੀਜ਼ਾਂ ਹੋ ਜਾਣਗੀਆਂ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਹੋਏਗਾ। ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮੰਡੀਕਰਨ ਐਕਟ ਵੀ ਇਹਦੇ ਨਾਲ ਹੀ ਖਤਮ ਹੋ ਜਾਏਗਾ। ਕਿਸਾਨ ਮਜਬੂਰ ਹੋ ਜਾਏਗਾ ਆਪਣੀ ਜ਼ਮੀਨ ਫਸਲ ਵੇਚਣ ਦੇ ਲਈ ਤੇ ਜਿਹੜਾ ਸਟੋਰ ਆ ਕਿਸਾਨ ਕਦੀ ਸਟੋਰ ਨਹੀਂ ਕਰ ਸਕਿਆ। ਉਹਦਾ ਕਾਰਨ ਕੀ ਆ? ਕਿਉਂਕਿ ਕਿਸਾਨ ਦੀ ਆਮਦਨ ਤੋਂ ਵੱਧ ਉਹਦੀ ਲਾਗਤ ਆ। ਇਸ ਕਰਕੇ ਜਦੋਂ ਉਹਦਾ ਫਸਲ ਵੱਢਣ ਦਾ ਟਾਈਮ ਆਉਂਦਾ ਉਹਨੂੰ ਬੜੀ ਕਾਹਲੀ ਹੁੰਦੀ ਆ, ਕਿਉਂਕਿ ਉਹਨੇ ਪਹਿਲਾਂ ਹੀ ਆੜ੍ਹਤੀਆਂ ਤੋਂ ਕਰਜ਼ਾ ਲਿਆ ਹੁੰਦਾ ਆ ਤੇ ਉਹਨੂੰ ਇਹ ਚਿੰਤਾ ਹੁੰਦੀ ਆ ਕਿ ਮੈਂ ਅੱਗੋਂ ਫਿਰ ਆੜ੍ਹਤੀਆਂ ਤੋਂ ਕਰਜ਼ਾ ਲੈਣਾ ਤੇ ਆਪਣੀ ਫਸਲ ਵੱਢਦਾ ਤੇ ਇਮੀਡੀਏਟਲੀ ਜਾ ਕੇ ਉਹ ਆੜ੍ਹਤੀਏ ਨੂੰ ਜਿਹੜੀ ਆ ਉਹ ਮੰਡੀ ਦੇ ਵਿੱਚ ਸੇਲ ਕਰ ਦਿੰਦਾ ਤਾਂ ਕਿ ਉਹਨੂੰ ਪੈਸੇ ਮਿਲਣ ਤੇ ਅੱਗੇ ਆਪਣੀ ਫਸਲ ਨੂੰ ਲਾ ਸਕੇ। ਕਿਸਾਨ ਪਹਿਲਾਂ ਹੀ ਆਮਦਨ ਤੋਂ ਵੱਧ ਜਿਹੜਾ ਉਹਦੀ ਲਾਗਤ ਆ ਤੇ ਉਹ ਪੀੜਾ ਦੇ ਵਿੱਚ ਆ। ਰਾਹਤ ਮਿਲਣੀ ਚਾਹੀਦੀ ਸੀ ਪਰ ਰਾਹਤ ਨਹੀਂ ਦਿੱਤੀ। ਖੇਤੀ ਸੁਧਾਰਾਂ ਦੇ ਨਾਂ ਤੇ ਜਿਹੜਾ ਐਕਟ ਲੈ ਕੇ ਆਂਦਾ, ਜਿਹਦੇ ਵਿੱਚ ਇੱਕ ਮੇਨ ਜਿਹੜਾ ਐਕਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰਡ ਐਂਡ ਫਾਰਮਰਸ ਸਰਵਿਸਿਜ਼ ਜਿਹੜਾ ਐਕਟ ਦੇ ਵਿੱਚ ਸੋਧ ਕੀਤੀ ਆ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕੀ ਆ ਕਿ ਜਦੋਂ ਇਹ ਐਕਟ ਲਿਆਂਦਾ ਗਿਆ ਇਹਦੇ ਵਿੱਚ ਹੁਣ ਮੰਡੀਕਰਨ ਐਕਟ ਖਤਮ ਹੋ ਜਾਏਗਾ, MSP ਖਤਮ ਹੋ ਜਾਏਗੀ। ਸਿੱਧਾ ਜਿਹੜੇ ਕਾਰਪੋਰੇਟ ਆ ਉਹ ਕੀ ਕਰਨਗੇ, ਕਿਸਾਨ ਨਾਲ ਇੱਕ ਐਗਰੀਮੈਂਟ ਕਰਨਗੇ ਕਿੱਲੇ ਦੇ ਹਿਸਾਬ ਨਾਲ ਕਿ ਅਸੀਂ ਇਸ ਕੀਮਤ ਤੇ ਤੇਰੇ ਤੋਂ ਫਸਲ ਖਰੀਦਣੀ ਆ। ਰੱਬ ਨਾ ਖਾਸਾ ਕੱਲ੍ਹ ਨੂੰ ਉਹਦੀ ਫਸਲ ਕੁਦਰਤੀ ਆਫਤ ਨਾਲ ਤਬਾਹ ਹੋ ਜਾਂਦੀ ਆ ਜਾਂ ਉਹ ਕਿਸੇ ਬਿਮਾਰੀ ਨਾਲ ਫਸਲ ਤਬਾਹ ਹੋ ਜਾਂਦੀ ਆ, ਉਹਦੇ ਬਾਰੇ ਕਿਤੇ ਵੀ ਇਸ ਅਮੈਂਡਮੈਂਟ ਦੇ ਵਿੱਚ ਜਿਹੜਾ ਸੋਧ ਕੀਤਾ ਗਿਆ ਐਕਟ ਆ ਕਿਤੇ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਪ੍ਰਾਈਵੇਟ ਪਲੇਅਰ ਆ ਜਾਂ ਜਿਹੜਾ ਕਾਰਪੋਰੇਟ ਆ ਜਦੋਂ ਐਗਰੀਮੈਂਟ ਕਰੇਗਾ ਉਹਨੂੰ ਕੀ ਮੁਆਵਜ਼ਾ ਦੇਗਾ। ਇਹਦਾ ਕੋਈ ਜ਼ਿਕਰ ਨਹੀਂ। ਸਿਰਫ ਇਹ ਕਿਹਾ ਗਿਆ ਕਿ ਜਿਹੜਾ ਕਾਰਪੋਰੇਟ ਆ, ਜਿਹੜਾ ਵੱਡਾ ਉਦਯੋਗਿਕ ਜਿਹੜਾ ਪਲੇਅਰ ਆ ਉਹ ਉਹਦੇ ਨਾਲ ਐਗਰੀਮੈਂਟ ਕਰੇਗਾ ਖਰੀਦਣ ਦੀ, ਨੁਕਸਾਨ ਦੀ ਕਿਤੇ ਗੱਲ ਨਹੀਂ ਹੈਗੀ। ਸੋ ਇੱਥੋਂ ਇਹ ਪਤਾ ਲੱਗਦਾ ਕਿ ਸਿੱਧਾ ਇਹਨਾਂ ਨੇ ਦੇਸ਼ ਦੀ ਕਿਸਾਨੀ ਨੂੰ ਗੁਲਾਮੀ ਵੱਲੋਂ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਔਰ ਅੱਗੇ ਮੈਂ ਤੁਹਾਨੂੰ ਹੋਰ ਥੋੜ੍ਹੀਆਂ 2-3 ਚੀਜ਼ਾਂ ਨੂੰ ਕਲੀਅਰ ਕਰਦਾ ਕਿ ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਦੇਸ਼ ਦੇ ਗਰੀਬ ਲੋਕਾਂ ਨੂੰ ਅਨਾਜ ਅਤੇ ਸਬਜ਼ੀਆਂ ਮਹਿੰਗੀਆਂ ਮਿਲਣਗੀਆਂ ਜਦੋਂ ਕਾਰਪੋਰੇਟ ਕਿਸਾਨ ਤੋਂ ਸਾਰੀ ਚੀਜ਼ ਖਰੀਦ ਲਏਗਾ, ਉਹਨੂੰ ਸਟੋਰ ਕਰੇਗਾ। ਸਟੋਰ ਕਰਕੇ ਕੀ ਕਰੇਗਾ? ਸਪਲਾਈ ਘਟਾਏਗਾ ਮਾਰਕੀਟ 'ਚ। ਜਦੋਂ ਸਪਲਾਈ ਘਟੇਗੀ ਨੈਚੁਰਲੀ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋਏਗਾ। ਔਰ ਤੁਸੀਂ ਦੇਖਿਆ ਹੋਊਗਾ ਜਦੋਂ ਲਾਕਡਾਊਨ ਲੱਗਣਾ ਸੀ ਲੋਕਾਂ ਨੂੰ ਪਤਾ ਲੱਗਾ ਤੇ ਲਾਕਡਾਊਨ ਤੋਂ 2 ਦਿਨ ਪਹਿਲਾਂ ਪੂਰੀ ਮਾਰਕੀਟ ਦੇ ਵਿੱਚ ਇੰਨਾ ਰਸ਼ ਹੋ ਗਿਆ ਕਿ ਜਿਹੜੇ ਲੋਕ ਰੋਜ਼ਾਨਾ 1 ਕਿਲੋ ਪਿਆਜ਼ 1 ਕਿਲੋ ਟਮਾਟਰ ਲੈਂਦੇ ਸੀ ਉਹਨਾਂ ਨੇ ਵੀ ਸੋਚਿਆ ਕਿ ਲਾਕਡਾਊਨ ਪਤਾ ਨਹੀਂ ਕਿੰਨਾ ਲੰਬਾ ਚੱਲਣਾ। ਉਹਨਾਂ ਨੇ ਜਿਹੜੇ ਆਪਣੇ ਕੋਲ ਪੈਸੇ ਸੀ ਮਾਰਕੀਟ ਵਿੱਚ ਗਏ 50 ਕਿਲੋ ਦਾ ਕੱਟਾ ਪੂਰਾ ਹੀ ਲੈ ਲਿਆ, ਪਿਆਜ਼ ਦਾ ਟਮਾਟਰ ਲੈ ਲਏ ਪੂਰੇ ਦੇ ਪੂਰੇ। ਉਹਨਾਂ ਨੇ ਕਰੇਟ ਚੱਕ ਲਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੱਲ੍ਹ ਨੂੰ ਚੀਜ਼ ਨਹੀਂ ਮਿਲਣੀ। ਇਸੇ ਤਰ੍ਹਾਂ ਦੀ ਸਥਿਤੀ ਕਾਰਪੋਰੇਟ ਵੀ ਦੇਸ਼ ਦੇ ਵਿੱਚ ਪੈਦਾ ਕਰੇਗਾ ਕਿ ਉਹ ਦੱਸੇਗਾ ਕਿ ਸਾਡੇ ਕੋਲ ਸ਼ਾਰਟੇਜ ਆ। ਜੋ ਸ਼ਾਰਟੇਜ ਹੋਏਗੀ ਲੋਕ ਪੈਸੇ ਲੈ ਕੇ ਮਾਰਕੀਟ 'ਚ ਆਉਣਗੇ, ਹੌਲੀ ਉਹ ਸਪਲਾਈ ਕਰੇਗਾ। ਉਹਦੇ ਨਾਲ ਜਿਹੜੀਆਂ ਆਮ ਲੋਕਾਂ ਦਾ ਸ਼ੋਸ਼ਣ ਹੋਏਗਾ, ਗਰੀਬਾਂ ਦਾ ਸ਼ੋਸ਼ਣ ਹੋਏਗਾ।
ਔਰ ਇਹਦੇ ਨਾਲ ਕੀ ਅੱਗੇ ਕਿ ਆਰਥਿਕ ਲੁੱਟ ਹੋ ਗਈ। ਉਹਨਾਂ ਕਿਹਾ ਕਿ ਇਸ ਮਾਡਲ ਨੂੰ ਅਪਣਾਉਣ ਕਰਕੇ ਟੈਸਟ ਕਰਦੇ ਹੋਏ ਮੀਡੀਆ ਨੂੰ ਉਹ ਗੱਲਾਂ ਜਿਹੜੀਆਂ ਦੱਸਣ ਤੋਂ ਰਹਿ ਜਾਂਦੀਆਂ, ਜਿਹੜੀਆਂ ਕਿ ਟੈਕਨੀਕਲ ਤੌਰ ਤੇ ਅਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਨਾਲ ਇੰਟਰੈਕਸ਼ਨ ਕਰਨਾ ਚਾਹੁੰਦੇ ਸੀਗੇ। ਔਰ ਉਸ ਤੋਂ ਬਾਅਦ ਅਸੀਂ ਅੰਦੋਲਨਾਂ ਦੇ ਵਿੱਚ, ਧਰਨਿਆਂ ਦੇ ਵਿੱਚ ਅਸੀਂ ਕਿਸਾਨ ਔਰ ਮਜ਼ਦੂਰਾਂ ਦੇ ਨਾਲ ਖੜੇ ਹਾਂ। ਇਹ ਤਾਂ ਦੇਸ਼ ਦਾ, ਜੇ ਤੁਸੀਂ ਪਿਛਲਾ ਆਜ਼ਾਦੀ ਤੋਂ ਬਾਅਦ ਟਰੈਕ ਰਿਕਾਰਡ ਚੈੱਕ ਕਰੋ ਕਿ ਜਦੋਂ ਵੀ ਦੇਸ਼ ਦੇ ਵਿੱਚ ਸੰਘ ਸਰਕਾਰ ਆਈ ਸੀ ਜੇ ਜਨਤਾ ਪਾਰਟੀ ਦੇ ਨਾਂ ਤੇ, ਉਦੋਂ ਵੀ ਵਪਾਰੀਆਂ ਨੂੰ ਵੱਡਾ ਫਾਇਦਾ ਦਿੱਤਾ ਗਿਆ। ਕਿਉਂ ਕੀ ਇਹਨਾਂ ਦੇ ਅੰਦਰ ਚੱਲਦਾ ਕੀ ਪਿਆ ਇਹਦੇ ਵਿੱਚ? ਐਕਚੁਅਲੀ ਇਹਦੇ ਪਿੱਛੇ ਜਿਹੜੀ ਆ ਇੱਕ RSS ਦੀ ਕਨਸਪੀਰੇਸੀ ਹੈਗੀ ਆ ਕਿ 5000 ਸਾਲ ਪਹਿਲਾਂ ਜਿਸ ਤਰ੍ਹਾਂ ਦੇਸ਼ ਜਿਹੜਾ ਮਨੂਵਾਦੀ ਵਿਵਸਥਾ ਦੇ ਤਹਿਤ ਚੱਲ ਰਿਹਾ ਸੀ, ਜਿਹਦੇ ਵਿੱਚ ਉਹਨਾਂ ਦੀ ਜਿਹੜੀ ਮਨੂਵਾਦੀ ਵਿਵਸਥਾ ਉਹਦੇ ਵਿੱਚ ਕੀ ਆ ਕਿ ਬ੍ਰਾਹਮਣ ਜਿਹੜਾ ਉਹ ਪੂਜਾ ਕਰੇਗਾ, ਧਰਮ ਨੂੰ ਚਲਾਏਗਾ, ਕਿ ਛਤਰੀ ਜਿਹੜੇ ਉਹ ਬਿਜ਼ਨਸ ਕਰਨਗੇ, ਤੇ ਜਿਹੜਾ ਬੈਂਸ ਜਿਹੜਾ ਆ ਉਹ ਉਹਨਾਂ ਦੇ ਨਾਲ ਇੱਕ ਹੈਲਪਰ ਬਣ ਕੇ ਉਹਨਾਂ ਕੰਮਾਂ ਦੇ ਵਿੱਚ ਸਹਿਯੋਗ ਕਰੇਗਾ, ਬਾਕੀ ਸ਼ੂਦਰ ਜਿਹੜੇ ਆ ਉਹਨਾਂ ਦੇ ਨੀਚ ਕੰਮ ਕਰਨਗੇ। ਇਹ ਜਿਹੜੀ ਵਿਵਸਥਾ ਆ, ਸਾਨੂੰ ਇਹ ਲੱਗ ਰਿਹਾ ਕਿ ਫਿਰ ਮੁੜ ਕੇ ਦੇਸ਼ ਨੂੰ 5000 ਸਾਲ ਪਿੱਛੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਆ। ਔਰ ਇਹਨਾਂ ਦੇ ਹੀ ਆਪਣੇ ਲੀਡਰਾਂ ਨੇ ਇਹ ਗੱਲ ਕਹੀ ਸੀ ਕਿ 24 ਦਾ ਜਿਹੜਾ ਆਖਰੀ ਇਲੈਕਸ਼ਨ ਹੋਏਗਾ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਏਗਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਹੌਲੀ ਹੌਲੀ ਇਹਨਾਂ ਨੇ ਉਸ ਚੀਜ਼ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਹੈ। ਤੇ ਮੈਨੂੰ ਲੱਗਦਾ ਕਿਸਾਨ ਇੱਕ ਰਹਿੰਦਾ ਸੀ ਵੇਚਣ ਵਾਲਾ, ਉਹ ਇਹਨਾਂ ਨੇ ਵੇਚ ਕੇ ਸੰਕੇਤ ਦੇ ਦਿੱਤਾ ਕਿ ਅਸੀਂ 5000 ਸਾਲ ਵਾਲੀ ਪਹਿਲੀ ਵਿਵਸਥਾ ਜਿਹੜੀ ਆ ਉਹਨੂੰ ਕਾਇਮ ਕਰਕੇ ਸਿਰਫ ਇਸ ਦੇਸ਼ ਦੇ ਵਿੱਚ ਜਿਹੜੀ ਆ ਬ੍ਰਾਹਮਣ ਰਾਸ਼ਟਰ ਜਿਹੜਾ ਆ ਉਹ ਸਥਾਪਿਤ ਕੀਤਾ ਜਾਏਗਾ। ਇਸ ਤਰ੍ਹਾਂ ਦਾ ਉਹਨਾਂ ਦੇ ਕੋਲ ਬਹੁਮਤ ਆ ਲੋਕ ਸਭਾ 'ਚ ਵੀ, ਰਾਜ ਸਭਾ 'ਚ ਵੀ। ਉੱਥੋਂ ਤਾਂ ਇਹ ਜਾਪਦਾ ਆ ਕਿ ਜੇ ਉਹਨਾਂ ਨੂੰ ਵੋਟਾਂ ਦਾ ਫਿਕਰ ਹੋਵੇ, ਜੇ ਉਹਨਾਂ ਨੂੰ ਚੋਣਾਂ ਦਾ ਫਿਕਰ ਹੋਵੇ, ਫਿਰ ਉਹ ਕਦੀ ਵੀ ਇਹੋ ਜਿਹੇ ਬਿੱਲ ਜਿਹੜੇ ਲਿਆ ਨਹੀਂ ਸਕਦੇ। ਤੁਸੀਂ ਪਿੱਛੇ ਚਲੇ ਜਾਓ, CA-NRC ਦੇ ਵਿੱਚ ਕਿੰਨਾ ਵੱਡਾ ਵਿਰੋਧ ਹੋਇਆ ਦੇਸ਼ ਦੇ ਵਿੱਚ, ਔਰ ਦਿੱਲੀ ਦੇ ਵਿੱਚ ਸ਼ਹੀਨ ਬਾਗ ਦੇ ਵਿੱਚ ਲਗਾਤਾਰ 3 ਮਹੀਨੇ ਪੱਕਾ ਧਰਨਾ ਰਿਹਾ। ਔਰ ਦੇਸ਼ ਦਾ ਕੋਈ ਵੀ ਜਿਹੜੇ ਬਹੁਜਨ ਲੋਕ ਨੇ, ਚਾਹੇ ਉਹ SC ਹੋਣ, ਚਾਹੇ ST ਹੋਣ, ਚਾਹੇ OBC ਹੋਣ, ਚਾਹੇ ਘੱਟ ਗਿਣਤੀਆਂ ਦੇ ਵਿੱਚ ਕ੍ਰਿਸਚਨ ਹੋਣ, ਮੁਸਲਮਾਨ ਹੋਣ, ਚਾਹੇ ਉਹਦੇ ਵਿੱਚ ਫਾਰਸੀ ਹੋਣ, ਜੈਨੀ ਵੀ ਹੋਣ, ਇਹਨਾਂ ਸਾਰਿਆਂ ਨੇ ਵੱਡੇ ਪੱਧਰ ਤੇ ਈਵਨ ਜਿਹੜੇ ਸਟੂਡੈਂਟ ਸੀਗੇ ਯੂਨੀਵਰਸਿਟੀਆਂ ਦੇ, ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਇਹ ਜਿਹੜਾ CA-NRC ਦੇਸ਼ ਦੇ ਵਿੱਚ ਥੋਪਿਆ ਜਾ ਰਿਹਾ, ਇਹਦੇ ਨਾਲ ਭਾਰਤ ਦੀ ਏਕਤਾ ਤੇ ਅਖੰਡਤਾ ਬਿਲਕੁਲ ਤਹਿਸ-ਨਹਿਸ ਹੋ ਜਾਏਗੀ। ਪਰ ਉਹਨਾਂ ਨੇ ਕਿਉਂ ਪਾਸ ਕੀਤਾ? ਇਹੋ ਹੀ ਗੱਲ ਸਮਝਣ ਵਾਲੀ ਆ ਕਿ ਉਹਨਾਂ ਦੀ BJP ਨਹੀਂ ਦੇਸ਼ ਨੂੰ ਚਲਾ ਰਹੀ, RSS ਚਲਾ ਰਹੀ ਹੈ। RSS ਜੋ ਉਹਨਾਂ ਨੂੰ ਕਹਿ ਰਹੀ ਆ, ਇਸ ਕਰਕੇ ਇੱਕ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹ ਡਿਕਟੇਟਰਸ਼ਿਪ ਦੇ ਤਹਿਤ, ਤਾਨਾਸ਼ਾਹੀ ਦੇ ਤਹਿਤ, ਫਾਸੀਵਾਦ ਸਿਸਟਮ ਦੇ ਤਹਿਤ, ਮਨੂਵਾਦੀ ਸਿਸਟਮ ਦੇ ਤਹਿਤ, ਪੂੰਜੀਵਾਦੀ ਸਿਸਟਮ ਦੇ ਤਹਿਤ ਇਹ ਸਾਰਾ ਕੁਝ ਉਹ ਇੱਕ ਤੋਂ ਬਾਅਦ ਇੱਕ ਕਰਦੇ ਜਾ ਰਹੇ ਨੇ। ਪਰ ਅਸੀਂ ਬਹੁਜਨ ਜਿਹੜੇ ਲੋਕ ਨੇ, SC ST OBC ਔਰ ਮਿਨੋਰਟੀਜ਼, ਇਹ ਕਦੀ ਵੀ ਟੋਲਰੇਟ ਨਹੀਂ ਕਰਨਗੇ। ਉਹਦਾ ਕਾਰਨ ਕੀ ਆ? ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਇਹਨਾਂ ਸਾਰਿਆਂ ਲੋਕਾਂ ਦੀ ਬਹੁਤ ਵੱਡੀ ਕੁਰਬਾਨੀ ਹੈਗੀ ਆ। ਅਸੀਂ ਆਪਣੇ ਵੱਡਿਆਂ ਦਾ ਜਿਹੜਾ ਸੁਪਨਾ ਸੀਗਾ, ਜਿਨ੍ਹਾਂ ਨੇ ਕੁਰਬਾਨੀ ਦੇ ਕੇ ਦੇਸ਼ ਆਜ਼ਾਦ ਕਰਾਇਆ, ਅਸੀਂ ਉਹਦੇ ਸੁਪਨੇ ਨੂੰ ਕਦੀ ਖਤਮ ਨਹੀਂ ਹੋਣ ਦੇਵਾਂਗੇ। ਔਰ ਅਸੀਂ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਜਦ ਤੱਕ ਕਿ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ। ਉਹਨਾਂ ਦਾ ਸੰਬੰਧ ਰਿਹਾ ਆ। ਅਸੀਂ ਉਦੋਂ ਦੇ ਹੀ ਅਕਾਲੀ ਦਲ ਬਾਦਲ ਨੂੰ ਇਹ ਗੱਲ ਕਹਿੰਦੇ ਰਹੇ ਹਾਂ ਕਿ ਇਹ ਜਿਹੜਾ ਤੁਹਾਡਾ ਇਹਨਾਂ ਨਾਲ ਸੰਬੰਧ ਹੈ, ਕਿਉਂਕਿ ਉਹ ਵਪਾਰੀ ਨੇ ਔਰ ਤੁਸੀਂ ਕਿਸਾਨਾਂ ਨਾਲ ਮਜ਼ਦੂਰਾਂ ਦੀ ਪਾਰਟੀ ਹੈ। ਫਿਰ ਤੁਹਾਡਾ ਸਿਧਾਂਤਕ ਤੌਰ ਤੇ ਇਹਨਾਂ ਨਾਲ ਸਮਝੌਤਾ ਕਾਹਦਾ ਹੈ? ਕਿਉਂਕਿ ਵਪਾਰੀ ਦਾ ਕਦੀ ਵੀ ਮਜ਼ਦੂਰ ਦੇ ਨਾਲ ਸਮਝੌਤਾ ਨਹੀਂ ਹੋ ਸਕਦਾ, ਕਿਉਂਕਿ ਵਪਾਰੀ ਲੁੱਟਦਾ ਹੁੰਦਾ ਤੇ ਮਜ਼ਦੂਰ ਮਿਹਨਤ ਕਰਦਾ ਹੁੰਦਾ। ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ, ਉਹ ਕਹਿੰਦੇ ਸੀ ਕੁਰਬਾਨੀ ਦਿਆ ਗਿਆ, ਮੈਨੂੰ ਲੱਗਦਾ ਬੜੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਨੇ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਚਾਹੀਦਾ ਜਾਂ ਆ ਜਾਣਗੇ? ਨਹੀਂ, ਮੈਂ ਇਹ ਗੱਲ ਨਹੀਂ ਕਰਦਾ। ਹਾਲਾਂਕਿ ਮੈਂ ਪੋਜ਼ਿਟਿਵ ਸੋਚਦਾ ਹੁੰਦਾ ਹਮੇਸ਼ਾ ਕਿਸੇ ਵੀ ਗੱਲ ਨੂੰ। ਜਿਹੜਾ ਇਹ ਅਸਤੀਫਾ ਆ ਜਾਂ ਕੱਲ੍ਹ ਜੋ ਵੀ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਬਾਦਲ ਦੇ ਅਧਿਕਸ਼ ਸਾਹਿਬ ਨੇ ਬੋਲਿਆ, ਪ੍ਰਧਾਨ ਸਾਹਿਬ ਨੇ ਬੋਲਿਆ, ਮੈਂ ਇਹ ਸਮਝਦਾ ਕਿ ਇਹ ਉਹਨਾਂ ਦੀ ਆਪਣੀ ਜਿਹੜੀ ਅੰਦਰੂਨੀ ਜਿਹੜੀ ਸਪਿਰਿਟ ਨਹੀਂ ਸੀਗੀ, ਪਰ ਜਿਹੜਾ ਕਿਸਾਨਾਂ ਨੇ ਬਾਦਲ ਪਿੰਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਪੱਕਾ ਮੋਰਚਾ ਲਾਇਆ ਹੋਇਆ, ਉਹਦਾ ਦਬਾਅ ਸੀਗਾ। ਜਿਹੜਾ ਪਟਿਆਲੇ ਦੇ ਵਿੱਚ ਵੀ ਮੋਰਚਾ ਲੱਗਾ ਹੋਇਆ, ਉਹਦਾ ਵੀ ਦਬਾਅ ਸੀਗਾ। ਸੋ ਕਿਤੇ ਨਾ ਕਿਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਬੋਲਿਆ ਹੈਗਾ, ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਲੱਗਾ ਕਿ ਸਾਡੀ ਹੁਣ ਤਾਂ ਮਾਸ ਸਿਕਿਉਰਿਟੀ ਦਾ ਵੀ ਇਸ਼ੂ ਬਣ ਗਿਆ ਕਿ ਕਿਤੇ ਲੋਕ ਗਲੇ ਹੀ ਨਾ ਪੈ ਜਾਣ। ਕਿਤੇ ਹੋ ਸਕਦਾ ਕਿ ਸਾਨੂੰ ਹੁਣ ਪਿੰਡ ਵੜਨ ਹੀ ਨਾ ਦੇਣ, ਤਾਂ ਜੇ ਕਿਤੇ ਵੜ ਵੀ ਗਏ ਨੇਰੇ ਸਨੇਰੇ, ਪਤਾ ਨਹੀਂ ਇਹਨਾਂ ਨੇ ਖਰੇ ਨਿਕਲਣ ਵੀ ਨਹੀਂ ਦੇਣਾ। ਸੋ ਉਹਨਾਂ ਨੂੰ ਇਹ ਲੱਗਾ ਕਿ ਇਸ ਵੇਲੇ ਹੁਣ ਜੇ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਸਾਡੇ ਪ੍ਰਤੀ ਆ, ਉਹ ਤਾਂ ਹੀ ਸ਼ਾਂਤ ਕੀਤਾ ਜਾ ਸਕਦਾ ਕਿ ਜੇ ਅਸੀਂ ਅੱਜ ਪਾਰਲੀਮੈਂਟ ਦੇ ਵਿੱਚ ਅਸੀਂ ਵਿਰੋਧ ਕਰੀਏ ਇਸ ਬਿੱਲ ਦਾ, ਇਹਦੇ ਖਿਲਾਫ ਵੋਟ ਪਾਈਏ
ਔਰ ਜਿਹੜਾ ਸਾਡੇ ਕੋਲ ਇੱਕ ਮਿਨਿਸਟਰ ਆ ਬੀਬੀ ਹਰਸਿਮਰਤ ਕੌਰ, ਉਹਦਾ ਅਸਤੀਫਾ ਦਵਾਈਏ। ਔਰ ਮੈਨੂੰ ਲੱਗਦਾ ਹੈ ਕਿ ਇਹ ਅਸਤੀਫਾ ਫਿਲਹਾਲ ਇੱਕ ਦਬਾਅ ਦਾ ਨਤੀਜਾ ਆ, ਤੇ ਦੂਸਰਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਅੰਡਰਸਟੈਂਡਿੰਗ ਵੀ ਲੱਗਦੀ ਆ ਬੀਜੇਪੀ ਦੇ ਨਾਲ, ਅਕਾਲੀ ਦਲ ਦੀ, ਕਿ ਆਪਣੇ ਲੋਕਾਂ ਨੂੰ ਅਸੀਂ ਸ਼ਾਂਤ ਕਰਨ ਦੇ ਲਈ ਜਿਹੜਾ ਇੱਕ ਅਸਤੀਫਾ ਦੇਣ ਲੱਗੇ ਆ, ਤੇ ਤੁਸੀਂ ਜਰਾ ਇਹਨੂੰ ਦੇਖ ਲਿਓ ਕਿ ਹਾਲੇ ਮਨਜ਼ੂਰ ਕਰਨਾ ਜਾਂ ਨਹੀਂ ਕਰਨਾ ਜਾਂ ਡਿਲੇ ਕਰਨਾ, ਇਹ ਤੁਹਾਡੇ ਤੇ ਆ। ਪਰ ਅਸੀਂ ਆਪਣੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਇੱਕ ਵੱਡੀ ਕੁਰਬਾਨੀ ਦੇਣ ਜਾ ਰਹੇ। ਕੁਰਬਾਨੀ ਇਹ ਨਹੀਂ ਹੈਗੀ। ਮੈਂ ਬੀਬੀ ਹਰਸਿਮਰਤ ਕੌਰ ਜੀ ਨੂੰ ਇਹ ਬੇਨਤੀ ਕਰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸੱਚਮੁੱਚ ਅਕਾਲੀ ਦਲ 1920 ਜੇ ਤੁਸੀਂ ਦੁਬਾਰਾ ਸਿਰਜਣਾ ਹੈਗਾ, ਤੇ ਕਿਰਪਾ ਕਰਕੇ ਹੁਣ ਉਦੋਂ ਤੱਕ ਘਰ ਨਾ ਬੈਠਿਓ, ਉਦੋਂ ਤੱਕ ਬੀਜੇਪੀ ਦੇ ਨਾਲ ਕੋਈ ਸਮਝੌਤੇ ਦੀ ਗੱਲ ਨਾ ਕਰਿਓ। ਜਿਹੜਾ ਹਾਲੇ ਵੀ ਤੁਸੀਂ ਤੁਹਾਡਾ ਬਿਆਨ ਇੱਕ ਇਹ ਵੀ ਆ ਰਿਹਾ ਕਿ ਸਾਡਾ ਜਿਹੜਾ ਸਮਰਥਨ ਜਾਰੀ ਰਹੇਗਾ, ਤੇ ਜੇ ਤੁਸੀਂ ਅਸਤੀਫਾ ਹੀ ਦੇ ਦਿੱਤਾ, ਜੇ ਤੁਸੀਂ ਵੋਟਿੰਗ ਹੀ ਉਹਨਾਂ ਦੇ ਖਿਲਾਫ ਕਰ ਦਿੱਤੀ ਆ, ਤਾਂ ਫਿਰ ਸਮਰਥਨ ਦਾ ਤਾਂ ਸਵਾਲ ਹੀ ਨਹੀਂ ਰਹਿਣਾ ਚਾਹੀਦਾ, ਸਮਰਥਨ ਵੀ ਵਾਪਸ ਲੈਣਾ ਚਾਹੀਦਾ। ਜਦ ਤੱਕ ਸਮਰਥਨ ਲੈ ਕੇ ਕਿਸਾਨਾਂ ਦੇ ਨਾਲ ਅੰਦੋਲਨਾਂ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਦੇ ਧਰਨਿਆਂ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਹੀਂ ਹੁੰਦੇ, ਮੈਂ ਸਮਝਦਾ ਉਹਨਾਂ ਦੀ ਇਹ ਕੁਰਬਾਨੀ ਜਿਹੜੀ ਆ ਆਪਣੇ ਲਈ ਤਾਂ ਹੋ ਸਕਦੀ, ਪਰ ਪੰਜਾਬ ਦੇ ਲੋਕਾਂ ਲਈ ਇਹ ਕੁਰਬਾਨੀ ਹਾਲੇ ਅਧੂਰੀ ਆ। ਉਹਨਾਂ ਨੂੰ ਪੂਰੀ ਕੁਰਬਾਨੀ ਦੇਣੀ ਚਾਹੀਦੀ। ਤੇ ਵੈਸੇ ਤਾਂ ਸਾਡੇ ਸੀਨੀਅਰ ਆਗੂ ਲਾਰੈਂਸ ਚੌਧਰੀ ਹੁਣਾਂ ਨੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦੱਸ ਦਿੱਤੀ ਆ, ਲੇਕਿਨ ਮੈਂ ਇੱਕ ਦੋ ਗੱਲਾਂ ਜਿਹੜੀਆਂ ਮੈਂ ਇੱਥੇ ਦੱਸਣੀਆਂ ਤੁਹਾਨੂੰ ਚਾਹੁੰਦਾ ਆ ਕਿ ਬਈ ਜਿਹੜੀ ਇਹ ਤਾਨਾਸ਼ਾਹੀ ਜਿਹੜਾ ਰਵੱਈਆ ਆ ਬੀਜੇਪੀ ਦਾ, ਇਹਦੀ ਹੈਂਕੜਬਾਜ਼ੀ ਜਿਹੜੀ ਆ ਲੋਕ ਆ ਉਹ ਲੋਕਾਂ ਦੀ ਇਕਮੁੱਠਤਾ ਦੇ ਨਾਲ ਉਹ ਟੁੱਟੂਗੀ। ਜਿਹੜਾ ਬਾਦਲ ਪਿਛਲੇ ਲੰਮੇ ਸਮੇਂ ਤੋਂ ਇਸ ਹੰਕਾਰ ਦੇ ਵਿੱਚ ਸੀਗਾ, ਬੀਜੇਪੀ ਦੀ ਜਿਹੜੀ ਉਹਨਾਂ ਨੂੰ ਛਹਿ ਸੀਗੀ ਕਿ ਵੀ ਉਹ ਲੰਮੇ ਸਮੇਂ ਤੋਂ ਉਹਨਾਂ ਨਾਲ ਗੱਠਜੋੜ ਲੈ ਕੇ ਤੁਰਿਆ ਹੋਇਆ ਸੀਗਾ, ਤੇ ਉਹਨੂੰ ਮਜਬੂਰ ਹੋਣਾ ਪਿਆ ਅੱਜ ਲੋਕ ਰੋਹ ਦੇ ਮੂਹਰੇ। ਤੇ ਆਉਣ ਵਾਲੇ ਸਮੇਂ ਤੇ ਇਹ ਜਿਹੜਾ ਲੋਕਾਂ ਦਾ ਜਿਹੜਾ ਰੋਹ ਆ ਉਹ ਹੋਰ ਬਹੁਤ ਤਿੱਖਾ ਹੋਣ ਜਾ ਰਿਹਾ ਆ। ਤੇ ਲੋਕ ਜਿਹੜੇ ਜੇ ਮੁਗਲ ਸ਼ਾਸਕ ਜਿਹੜੇ ਸੀਗੇ ਲੋਕਾਂ ਤੇ ਅਤਿਆਚਾਰ ਕਰਦੇ ਸੀ, ਉਹਨਾਂ ਦਾ ਅਖਾੜ ਦਿੱਤਾ ਸੀਗਾ ਰਾਜ। ਅੰਗਰੇਜ਼ਾਂ ਆਏ, ਅੰਗਰੇਜ਼ਾਂ ਦਾ ਉਖਾੜ ਦਿੱਤਾ ਇੱਥੇ ਲੋਕਾਂ ਦੀ ਇਕਮੁੱਠਤਾ ਦੇ ਨਾਲ। ਤੇ ਸਾਡਾ ਪੂਰਾ ਯਕੀਨ ਆ ਕਿ ਬਈ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਜਿਹੜਾ ਹੈਗਾ ਆ, ਜਿਸ ਤਰੀਕੇ ਨਾਲ ਇੱਥੇ ਭਾਈਚਾਰਕ ਜਿਹੜੀ ਸਾਂਝ ਜਿਹੜੀ ਸਾਡੀ ਬਣੀ ਆ, ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਂਝ ਪੂਰੇ ਦੇਸ਼ ਦੇ ਅੰਦਰ ਇਸ ਤਾਨਾਸ਼ਾਹੀ ਰਵੱਈਏ ਨੂੰ ਬਿਲਕੁਲ ਜੜੋਂ ਉਖਾੜ ਸੁੱਟਣਗੇ। ਜਿੱਥੇ ਸਾਡੇ ਕਿਸਾਨਾਂ ਦੀ ਅੱਜ ਜਿਹੜੀ ਇਹੋ ਦੁੱਖ ਦਰਦ ਜਿਹੜਾ ਹੈਗਾ ਆ ਉਹ ਸਾਰੇ ਲੋਕਾਂ ਦੇ ਨਾਲ ਜੁੜਿਆ ਹੋਇਆ, ਉੱਥੇ ਇਹ ਲੋਕ ਭੁੱਲ ਜਾਣ ਜਿੱਥੇ ਜੈ ਜਵਾਨ ਆ ਤੇ ਜੈ ਕਿਸਾਨ ਦੀ ਆਉਂਦੀ, ਤੇ ਜੈ ਕਿਸਾਨ ਜਵਾਨ ਦੀ ਵੀ ਗੱਲ ਆਉਂਦੀ ਆ। ਤੇ ਜੈ ਜਵਾਨ ਜਿਹੜੇ ਉਹ ਸਾਡੇ ਪੁੱਤਰ ਆ। ਜਿਸ ਦਿਨ ਸਾਡੇ ਪੁੱਤਰਾਂ ਨੂੰ ਅਹਿਸਾਸ ਹੋ ਗਿਆ ਕਿ ਵੀ ਸਾਡੇ ਨਾਲ ਇਹ ਲੋਕਾਂ ਦੇ ਨਾਲ ਜ਼ਬਰ ਕਰ ਰਹੇ ਆ, ਧੱਕਾ ਕਰ ਰਹੇ ਆ, ਤੇ ਉਹ ਬੇਅੰਤ ਸਿੰਘ ਆਪਣਾ ਉਹ ਹਾਲ ਦੇ ਲਵੇ, ਤੇ ਮੋਦੀ ਦਾ ਵੀ ਇਹੋ ਹੀ ਹਾਲ ਇੱਕ ਦਿਨ ਹੋ ਜਾਣਾ। ਤੇ ਇਹਦੇ ਤੋਂ ਪਹਿਲਾਂ ਕਿ ਵੀ ਇਹੋ ਜਿਹੀ ਸਥਿਤੀ ਹੋਵੇ, ਬੀਜੇਪੀ ਨੂੰ ਬਿਲਕੁਲ ਵਿਡਰਾ ਕਰਨਾ ਚਾਹੀਦਾ ਇਹ ਜਿਹੜਾ ਸਾਰਾ ਕੁਛ ਜਿਹੜਾ ਤਾਨਾਸ਼ਾਹੀ ਰਵੱਈਆ। ਵੋਟਾਂ ਦੇ ਉਹ ਵੀ ਇੱਕ ਵੱਖਰੇ ਤੌਰ ਤੇ ਲੜਾਈ ਜਿਹੜੀ ਉਹ ਚੱਲ ਰਹੀ ਆ, ਜਿਹੜੀ ਇਸ ਦੇ ਵਿੱਚ 65 ਵੋਟਾਂ ਇੱਕ ਪਾਸੇ ਹੁੰਦੀਆਂ, 35 ਇੱਕ ਪਾਸੇ ਹੁੰਦੀਆਂ, ਉਹ ਜਿੱਤ ਜਾਂਦੇ ਅਗਲੇ ਸਰਕਾਰ ਬਣਾ ਲੈਂਦੇ। ਨਹੀਂ ਕੋਈ ਗੱਲ ਨਹੀਂ, ਉਹ ਬਹੁਮਤ ਜਿਹੜੇ ਆ ਉਹ ਕਾਂਗਰਸ ਤੋਂ ਵੀ ਆਉਂਦੇ ਰਹੇ ਆ, ਐਡੀ ਕੋਈ ਗੱਲ ਨਹੀਂ। ਲੋਕਾਂ ਨੇ ਕਾਂਗਰਸ ਨੂੰ ਹਾਸ਼ੀਏ ਤੇ ਧੱਕ ਦਿੱਤਾ। ਇਹ ਇੱਕ ਦਿਨ ਇਦਾਂ ਦਾ ਆਊਗਾ ਕਿ ਵੀ ਇਹ ਵੀ ਪਿੱਛੇ ਧੱਕੇ ਜਾਣਗੇ।